ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਉਹਨਾਂ ਖਬਰਾਂ ਦੀ ਜਿਹੜੀਆਂ ਕੈਨੇਡਾ ਤੋਂ ਹਫ਼ਤਾ ਪਰ ਖਾਸ ਸਾਹਮਣੇ ਆਈਆਂ ਨੇ। ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਹੈਡਲਾਈਨਸ ਤੇ। ਅਕਤੂਬਰ ਮਹੀਨੇ ਹੋਣਗੇ ਇਮੀਗ੍ਰੇਸ਼ਨ ਦੇ ਵੱਡੇ ਐਲਾਨ। ਪੀਜੀਪੀ ਪ੍ਰੋਗਰਾਮ ਦੀ ਮਿਲੇਗੀ ਸਾਰੀ ਜਾਣਕਾਰੀ। ਨਵਾਂ ਇਮੀਗ੍ਰੇਸ਼ਨ ਲੈਵਲਸ ਪਲਾਨ ਐਲਾਨਣ ਦੀ ਤਿਆਰੀ। IRCC ਵੱਲੋਂ ਜਲਦ ਕੀਤਾ ਜਾਵੇਗਾ ਵੱਡਾ ਐਲਾਨ। ਘਰਾਂ ਦੀ ਸੇਲ ਹੋਈ ਘੱਟ, 46% ਦੀ ਕਮੀ ਕੀਤੀ ਗਈ ਦਰਜ। ਕੈਨੇਡਾ ਨੇ ਕੀਤੀ ईरान खिलाफ सख्ती, सरकार ने किया इसका ऐलान। अक्टूबर महीना इमीग्रेशन वास्ते काफी खास साबित होगा। इसनूं बिजीएस्ट मंथ भी दस्सिया जा रहा है। ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਕਤੂਬਰ ਮਹੀਨੇ ਇਮੀਗ੍ਰੇਸ਼ਨ ਨਾਲ ਜੁੜੇ ਹੋਏ ਕਈ ਵੱਡੇ ਐਲਾਨ ਹੋ ਸਕਦੇ ਨੇ। ਪੀਜੀਪੀ ਪ੍ਰੋਗਰਾਮ ਦੇ ਬਾਰੇ ਐਲਾਨ ਕੀਤਾ ਜਾਵੇਗਾ। CRS ਸਕੋਰ 500 ਤੋਂ ਹੇਠਾਂ ਆਉਣ ਨੂੰ ਲੈ ਕੇ ਵੀ ਕਈਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਸੋਰਸਿਸ ਦੇ ਹਵਾਲੇ ਤੋਂ ਇਹ ਇਨਫੋਰਮੇਸ਼ਨ ਸਾਹਮਣੇ ਆ ਰਹੀ ਹੈ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਲੈਵਲਸ ਪਲਾਨ ਨੂੰ ਲੈ ਕੇ ਵੀ ਕਾਫੀ ਚਰਚਾ ਹੋ ਰਹੀ ਹੈ। ਇਮੀਗ੍ਰੇਸ਼ਨ ਨੂੰ ਲੈ ਕੇ ਅਕਤੂਬਰ ਮਹੀਨਾ ਕਾਫੀ ਖਾਸ ਰਹਿਣ ਵਾਲਾ ਹੈ। ਇਸ ਨੂੰ ਇਮੀਗ੍ਰੇਸ਼ਨ ਦੇ ਪੱਖ ਤੋਂ ਇੱਕ ਮੇਜਰ ਮੰਥ ਦੱਸਿਆ ਜਾ ਰਿਹਾ ਹੈ। ਜੀ ਹਾਂ, ਇਹ ਮਹੀਨਾ ਇਮੀਗ੍ਰੇਸ਼ਨ ਨੂੰ ਲੈ ਕੇ ਕਾਫੀ ਜ਼ਿਆਦਾ ਵਿਅਸਤ ਰਹੇਗਾ। ਅਕਤੂਬਰ ਮਹੀਨੇ ਵਿੱਚ ਕਈ ਵੱਡੇ ਐਲਾਨ ਹੋਣ ਵਾਲੇ ਨੇ। ਜੀ ਹਾਂ, ਅਕਤੂਬਰ ਮਹੀਨੇ ਦੇ ਵਿੱਚ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ PGP 2022 ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਬਾਅਦ 1 ਨਵੰਬਰ ਨੂੰ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਬਾਰੇ ਵੀ ਸਾਰੀ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਅਕਤੂਬਰ ਮਹੀਨੇ ਸਟੈਟਿਸਟਿਕਸ ਕੈਨੇਡਾ ਵੱਲੋਂ ਇਮੀਗ੍ਰੇਸ਼ਨ ਦੇ ਨਾਲ ਜੁੜਿਆ ਹੋਇਆ ਸੈਂਸਸ ਡਾਟਾ ਵੀ ਪੇਸ਼ ਕੀਤਾ ਜਾਵੇਗਾ, ਜੋ ਕਿ 5 ਸਾਲਾਂ ਦੇ ਵਿੱਚ ਇੱਕ ਵਾਰ ਕੀਤਾ ਜਾਂਦਾ ਹੈ। ਇਮੀਗ੍ਰੇਸ਼ਨ ਦੇ ਪੱਖ ਤੋਂ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਐਕਸਪ੍ਰੈਸ ਐਂਟਰੀ ਦੇ ਡਰਾਅ ਵਾਸਤੇ ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਹੋਰ ਵੀ ਹੇਠਾਂ ਆਵੇਗਾ। ਦੱਸੀਏ ਕਿ ਅਕਤੂਬਰ ਮਹੀਨੇ ਦੇ ਵਿੱਚ ਪੈਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਦੇ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਹ ਉਹ ਪ੍ਰੋਗਰਾਮ ਹੈ ਜਿਸ ਦੇ ਰਾਹੀਂ ਮਾਂ-ਬਾਪ ਨੂੰ ਕੈਨੇਡਾ ਦੇ ਵਿੱਚ ਸਪਾਂਸਰ ਕੀਤਾ ਜਾਂਦਾ ਹੈ। ਪਿਛਲੇ ਸਾਲ IRCC ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਮਾਂ-ਬਾਪ ਦਾ ਇਹ ਪ੍ਰੋਗਰਾਮ ਲਾਟਰੀ ਵਾਸਤੇ ਐਲੀਜੀਬਲ ਹੋਵੇਗਾ। ਸਾਲ 2021 ਦੇ ਵਿੱਚ IRCC ਵੱਲੋਂ PGP ਪ੍ਰੋਗਰਾਮ ਵਾਸਤੇ ਲਾਟਰੀ ਕੱਢੀ ਗਈ, ਜਿਸ ਵਿੱਚ ਉਹਨਾਂ ਵੱਲੋਂ 30,000 ਦੇ ਕਰੀਬ ਨੂੰ ਸੱਦੇ ਜਾਰੀ ਕੀਤੇ ਗਏ ਤਾਂ ਕਿ ਉਹ ਆਪਣੇ ਮਾਂ-ਬਾਪ ਨੂੰ ਕੈਨੇਡਾ ਦੇ ਵਿੱਚ ਸਪਾਂਸਰ ਕਰ ਸਕਣ। ਇਸ ਤੋਂ ਇਲਾਵਾ ਸਾਲ 2020 ਦੇ ਵਿੱਚ ਇਸ ਤਹਿਤ ਆંકੜਾ 10,000 ਸਪਾਂਸਰ ਦਾ ਸੀ। ਹੁਣ ਅਕਤੂਬਰ ਮਹੀਨੇ ਦੇ ਵਿੱਚ ਸਾਲ 2021 ਦੀ ਸੈਂਸਸ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ। ਸਟੈਟਿਸਟਿਕਸ ਕੈਨੇਡਾ ਵੱਲੋਂ 5 ਸਾਲਾਂ ਦੇ ਵਿੱਚ ਇੱਕ ਵਾਰੀ ਇਸ ਦਾ ਪੂਰਾ ਆંકੜਾ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਇੱਕ ਹੋਰ ਵੀ ਵੱਡੀ ਖਬਰ ਹੈ ਕਿ CRS ਸਕੋਰ 500 ਤੋਂ ਵੀ ਹੇਠਾਂ ਆ ਸਕਦਾ ਹੈ। ਇਹ ਸਾਰੇ ਐਕਸਪ੍ਰੈਸ ਐਂਟਰੀ ਦੇ ਪ੍ਰੋਗਰਾਮਾਂ ਵਾਸਤੇ ਹੋਵੇਗਾ। ਇਸ ਸਭ ਤੋਂ ਬਾਅਦ 1 ਨਵੰਬਰ ਨੂੰ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਲ 2023 ਤੋਂ ਸਾਲ 2025 ਤੱਕ ਐਲਾਨ ਕੀਤਾ ਜਾਵੇਗਾ, ਜਿੱਥੇ ਪਤਾ ਚੱਲੇਗਾ ਕਿ ਸਾਲਾਨਾ ਕੈਨੇਡਾ ਵਿੱਚ ਕਿੰਨੇ PR ਆ ਸਕਦੇ ਨੇ। ਕੈਨੇਡਾ ਵਿੱਚ ਕਾਫੀ ਲੰਬੇ ਸਮੇਂ ਤੋਂ ਜਿਹੜੇ ਬਿਨਾਂ ਡਾਕੂਮੈਂਟ ਵਾਲੇ ਸ਼ਰਨਾਰਥੀ ਰਹਿ ਰਹੇ ਨੇ, ਉਹਨਾਂ ਨੂੰ ਵੀ ਪੱਕਾ ਕੀਤਾ ਜਾਵੇਗਾ। ਬਿਨਾਂ ਡਾਕੂਮੈਂਟ ਵਾਲੇ ਜਿਹੜੇ ਇਮੀਗ੍ਰੈਂਟਸ ਨੇ, ਉਹਨਾਂ ਨੂੰ ਪੱਕਾ ਕੀਤੇ ਜਾਣ ਦੀ ਇੱਕ ਵੱਡੀ ਖਬਰ ਸਾਹਮਣੇ ਹੈ, ਜਿੱਥੇ ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਕਿ 5 ਲੱਖ ਦੇ ਕਰੀਬ ਅਜਿਹੇ ਵਿਅਕਤੀਆਂ ਨੂੰ ਕੈਨੇਡਾ ਸਰਕਾਰ ਵੱਲੋਂ PR ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਹੁਣ ਕੌਣ ਇਸ ਦਾ ਲਾਭ ਲੈ ਸਕਦੇ ਨੇ, ਕੌਣ ਇਸ ਵਾਸਤੇ ਐਲੀਜੀਬਲ ਹਨ, ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਇਸ ਖਬਰ ਵਿੱਚ। ਕੈਨੇਡਾ ਸਰਕਾਰ ਵੱਲੋਂ ਬਿਨਾਂ ਡਾਕੂਮੈਂਟਸ ਵਾਲੇ ਇਮੀਗ੍ਰੈਂਟਸ ਨੂੰ ਪੱਕਾ ਕਰਨ ਦੀ ਯੋਜਨਾ ਲਿਆਂਦੀ ਗਈ ਹੈ। ਕਾਫੀ ਲੰਬੇ ਸਮੇਂ ਤੋਂ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੇ ਲੰਬੇ ਸਮੇਂ ਤੋਂ ਕੈਨੇਡਾ ਵਿੱਚ ਬਿਨਾਂ ਡਾਕੂਮੈਂਟ ਵਾਲੇ ਇਮੀਗ੍ਰੈਂਟਸ ਰਹਿ ਰਹੇ ਹਨ, ਉਹਨਾਂ ਨੂੰ ਵੀ ਕੈਨੇਡਾ ਵਿੱਚ ਪੱਕਾ ਕੀਤਾ ਜਾਵੇ। ਤੇ ਹੁਣ ਸਰਕਾਰ ਵੱਲੋਂ ਇਸ ਬਾਰੇ ਨਵੀਂ ਯੋਜਨਾ ਲਿਆਂਦੀ ਜਾ ਰਹੀ ਹੈ, ਜਿੱਥੇ ਬਿਨਾਂ ਡਾਕੂਮੈਂਟ ਵਾਲੇ ਕਰੀਬ 5 ਲੱਖ ਇਮੀਗ੍ਰੈਂਟਸ ਨੂੰ ਪੱਕਾ ਕੀਤਾ ਜਾਵੇਗਾ। ਫੈਡਰਲ ਸਰਕਾਰ ਵੱਲੋਂ ਹੁਣ ਇਸ ਸੰਬੰਧੀ ਨਵਾਂ ਪ੍ਰੋਗਰਾਮ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਕੈਨੇਡਾ ਵਿੱਚ ਕੰਮ ਕਰਨ ਵਾਲੇ 5 ਲੱਖ ਅਜਿਹੇ ਇਮੀਗ੍ਰੈਂਟਸ ਵਾਸਤੇ PR ਦਾ ਰਾਹ ਸਾਫ਼ ਕੀਤਾ ਜਾਵੇ, ਜਿਨ੍ਹਾਂ ਕੋਲ ਕੋਈ ਲੀਗਲ ਸਟੇਟਸ ਨਹੀਂ ਹੈ, ਭਾਵ ਕਿ ਜਿਨ੍ਹਾਂ ਕੋਲ ਕੈਨੇਡਾ ਵਿੱਚ ਰਹਿਣ ਦੇ ਡਾਕੂਮੈਂਟਸ ਨਹੀਂ ਹਨ। ਇਸ ਬਾਰੇ ਜੋ ਜਾਣਕਾਰੀ ਮਿਲੀ ਹੈ, ਉਸ ਤੋਂ ਪਤਾ ਚੱਲਿਆ ਕਿ ਇਹ ਪ੍ਰੋਗਰਾਮ ਉਹਨਾਂ ਲੋਕਾਂ ਵਾਸਤੇ ਹੋਵੇਗਾ ਜਿਨ੍ਹਾਂ ਦੇ ਵੀਜ਼ੇ ਜਾਂ ਫਿਰ ਵਰਕ ਪਰਮਿਟ ਐਕਸਪਾਇਰ ਹੋ ਚੁੱਕੇ ਹਨ, ਜਾਂ ਜਿਨ੍ਹਾਂ ਦੀਆਂ ਰਿਫਿਊਜੀ ਅਰਜ਼ੀਆਂ ਨੂੰ ਉਹਨਾਂ ਦੇ ਦੇਸ਼ ਲਈ ਲੱਗੀ ਡਿਪੋਰਟੇਸ਼ਨ ਤੇ ਰੋਕ ਕਾਰਨ ਅਸਵੀਕਾਰ ਕੀਤਾ ਗਿਆ ਹੋਵੇ। ਸੋਰਸਿਸ ਦੇ ਹਵਾਲੇ ਤੋਂ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਵਿੱਚ ਦੱਸਿਆ ਗਿਆ ਕਿ ਸਰਕਾਰ ਦੀ ਇਸ ਨਵੀਂ ਯੋਜਨਾ ਤਹਿਤ 5 ਲੱਖ ਦੇ ਕਰੀਬ ਜਿਹੜੇ ਲੋਕ ਹਨ ਉਹ ਯੋਗ ਹੋ ਸਕਣਗੇ। ਇਸ ਤੋਂ ਪਹਿਲਾਂ ਵੀ ਸਰਕਾਰ ਵੱਲੋਂ ਕਈ ਵਾਰ ਇਸ ਗੱਲ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਤੇ ਇਸ ਬਾਰੇ ਸਮੇਂ-ਸਮੇਂ ਦੇ ਉੱਪਰ ਕਈ ਖਬਰਾਂ ਸਾਹਮਣੇ ਆਈਆਂ ਸਨ।
ਇੱਥੇ ਦੱਸਣਯੋਗ ਹੈ ਕਿ ਅਮਰੀਕਾ ਅਤੇ ਕੈਨੇਡਾ ਦਰਮਿਆਨ ਕਿਊਬੈਕ ਦੇ ਵਿੱਚ ਪੈਂਦੇ ਅਣਅਧਿਕਾਰਤ ਬਾਰਡਰ ਕ੍ਰਾਸਿੰਗ ਰੌਕਸਮ ਰੋਡ ਰਾਹੀਂ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਸ਼ਰਨਾਰਥੀਆਂ ਅਤੇ ਕਾਮੇ ਪ੍ਰੋਗਰਾਮ ਵਾਸਤੇ ਅਪਲਾਈ ਕਰਨ ਲਈ ਯੋਗ ਨਹੀਂ ਹੋਣਗੇ। ਅਸਾਈਲਮ ਸੀਕਰਸ ਦੀਆਂ ਜਿਹੜੀਆਂ ਅਰਜ਼ੀਆਂ ਨੇ ਉਹਨਾਂ ਵਿੱਚ ਮੌਜੂਦਾ ਸਮੇਂ ਵੱਡਾ ਬੈਕਲੌਗ ਦੱਸਿਆ ਜਾ ਰਿਹਾ ਹੈ। ਫਿਲਹਾਲ ਸਰਕਾਰ ਵੱਲੋਂ ਇਸ ਬਾਰੇ ਕੋਈ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਕੀਤੀ ਗਈ, ਪਰ ਸੂਤਰਾਂ ਦੇ ਹਵਾਲੇ ਤੋਂ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਹੈ ਕਿ 5 ਲੱਖ ਦੇ ਕਰੀਬ ਬਿਨਾਂ ਡਾਕੂਮੈਂਟ ਵਾਲੇ ਇਮੀਗ੍ਰੈਂਟਸ ਨੂੰ ਸਰਕਾਰ ਵੱਲੋਂ ਪੱਕਾ ਕੀਤਾ ਜਾ ਸਕਦਾ ਹੈ। ਘਰਾਂ ਦੀਆਂ ਕੀਮਤਾਂ ਲਗਾਤਾਰ ਹੇਠਾਂ ਆ ਰਹੀਆਂ ਨੇ, ਪਰ ਇਸ ਦੇ ਨਾਲ ਹੀ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਘਰਾਂ ਦੀ ਸੇਲ ਵੀ ਘੱਟ ਹੋ ਰਹੀ ਹੈ। ਘਰਾਂ ਦੀ ਸੇਲ ਬਾਰੇ ਇਸ ਹਫ਼ਤੇ ਜਾਣਕਾਰੀ ਸਾਹਮਣੇ, ਜਿੱਥੇ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਜਾਣੀ ਕਿ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਸੇਲ ਉੱਪਰ 46% ਦਾ ਅਸਰ ਦਰਜ ਕੀਤਾ ਗਿਆ, ਭਾਵ ਕਿ ਇੰਨੀ ਸੇਲ ਘੱਟ ਹੋਈ ਹੈ। ਚਾਹੇ ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਕਾਫੀ ਹੇਠਾਂ ਆ ਚੁੱਕੀਆਂ ਨੇ, ਇਸ ਦੇ ਬਾਵਜੂਦ ਵੀ ਘਰਾਂ ਦੀ ਸੇਲ ਘਟਦੀ ਹੀ ਦਿਖਾਈ ਦੇ ਰਹੀ ਹੈ। ਵੈਨਕੂਵਰ ਦੇ ਵਿੱਚ ਘਰਾਂ ਦੀ ਸੇਲ ਪਿਛਲੇ ਸਾਲ ਸਤੰਬਰ ਮਹੀਨੇ ਦੇ ਮੁਕਾਬਲੇ 46% ਹੇਠਾਂ ਆਈ ਤੇ ਅਗਸਤ ਮਹੀਨੇ ਦੀ ਤੁਲਨਾ ਦੇ ਵਿੱਚ ਇਹ 10% ਘੱਟ ਦੱਸੀ ਗਈ ਹੈ। ਜੀ ਹਾਂ, ਦ ਰੀਅਲ ਏਸਟੇਟ ਬੋਰਡ ਆਫ ਗ੍ਰੇਟਰ ਵੈਨਕੂਵਰ ਵੱਲੋਂ ਤਾਜ਼ਾ ਜਾਣਕਾਰੀ ਦਿੱਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਸਤੰਬਰ ਮਹੀਨੇ ਘਰਾਂ ਦੀ ਸੇਲ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ 46% ਘੱਟ ਦਰਜ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਬੋਰਡ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਦੇ ਅੰਕੜੇ ਦੱਸਦੇ ਨੇ ਕਿ ਇੱਕ ਮਹੀਨੇ ਦੇ ਵਿੱਚ 1687 ਘਰ ਸੇਲ ਕੀਤੇ ਗਏ ਤੇ ਅਗਸਤ ਮਹੀਨੇ ਦੇ ਵਿੱਚ ਇਹ ਅੰਕੜਾ 1870 ਦਾ ਸੀ। ਮੌਜੂਦਾ ਸਮੇਂ ਲਿਸਟਡ ਘਰਾਂ ਦੀ ਗਿਣਤੀ 9971 ਦੱਸੀ ਗਈ ਹੈ, ਜੋ ਕਿ ਸਤੰਬਰ 2021 ਦੀ ਤੁਲਨਾ ਦੇ ਵਿੱਚ 8% ਵੱਧ ਦੱਸੇ ਗਏ ਨੇ। ਜ਼ਿਕਰਯੋਗ ਹੈ ਕਿ ਬੈਂਕ ਆਫ ਕੈਨੇਡਾ ਵੱਲੋਂ ਕਈ ਵਾਰ ਇੰਟਰਸਟ ਰੇਟ ਵਿੱਚ ਵਾਧਾ ਕੀਤਾ ਗਿਆ, ਜਿਸ ਤੋਂ ਬਾਅਦ ਘਰਾਂ ਦੀ ਸੇਲ ਦੇ ਉੱਪਰ ਵੀ ਇਸ ਦਾ ਅਸਰ ਦਿਖਾਈ ਦਿੱਤਾ। ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਘਰਾਂ ਦੀ ਸੇਲ ਲਗਾਤਾਰ ਘੱਟ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਇੱਕ ਵੱਡੀ ਖਬਰ ਅੱਜ ਸਾਹਮਣੇ ਆਈ ਹੈ। ਇਮੀਗ੍ਰੇਸ਼ਨ ਮੰਤਰੀ ਵੱਲੋਂ ਇਸ ਬਾਰੇ ਐਲਾਨ ਕਰਦਿਆਂ ਕਿਹਾ ਗਿਆ ਕਿ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਪਰ 20 ਘੰਟੇ ਕੰਮ ਕਰਨ ਦੀ ਸ਼ਰਤ ਲੱਗੀ ਸੀ, ਉਸ ਨੂੰ ਹੁਣ ਹਟਾਇਆ ਜਾ ਰਿਹਾ ਹੈ। ਕੈਨੇਡਾ ਵਿੱਚ ਇਸ ਸਮੇਂ ਲੇਬਰ ਦੀ ਭਾਰੀ ਘਾਟ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਸਰਕਾਰ ਨੇ ਫੈਸਲਾ ਲਿਆ ਤੇ ਹੁਣ ਅੰਤਰਰਾਸ਼ਟਰੀ ਵਿਦਿਆਰਥੀ ਇਸ ਸਮੱਸਿਆ ਦੇ ਵਿੱਚ ਮਦਦ ਕਰਨਗੇ। ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ, ਜਿੱਥੇ ਕੈਨੇਡਾ ਵਿੱਚ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਕੈਂਪਸ ਤੋਂ ਬਾਹਰ 20 ਘੰਟੇ ਕੰਮ ਕਰਨ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ। ਇਸ ਪਾਲਿਸੀ ਦੀ ਸ਼ੁਰੂਆਤ 15 ਨਵੰਬਰ ਸਾਲ 2022 ਤੋਂ ਹੋਵੇਗੀ, ਜੋ ਕਿ 31 ਦਸੰਬਰ 2023 ਤੱਕ ਚੱਲੇਗੀ। ਕੈਨੇਡਾ ਵਿੱਚ ਇਸ ਸਮੇਂ ਜੋ ਕਾਮਿਆਂ ਦੀ ਘਾਟ ਹੈ, ਉਸ ਸੰਬੰਧੀ ਹੀ ਕਦਮ ਚੁੱਕਿਆ ਗਿਆ, ਜਿੱਥੇ ਇਸ ਕਾਮਿਆਂ ਦੀ ਘਾਟ ਨੂੰ ਦੂਰ ਕਰਨ ਦੇ ਇਰਾਦੇ ਨਾਲ ਕੈਨੇਡੀਅਨ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਕਾਲਜ ਤੋਂ ਬਾਹਰ ਵੱਧ ਤੋਂ ਵੱਧ 20 ਘੰਟੇ ਕੰਮ ਕਰਨ ਦੀ ਸ਼ਰਤ ਨੂੰ ਕੁਝ ਸਮੇਂ ਲਈ ਖਤਮ ਕਰ ਦਿੱਤਾ ਹੈ। ਇਸ ਦਾ ਐਲਾਨ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਕੀਤਾ ਗਿਆ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਇਸ ਸ਼ਰਤ ਨੂੰ ਹਟਾਇਆ ਜਾ ਰਿਹਾ ਹੈ। ਨਵੇਂ ਨਿਯਮ 15 ਨਵੰਬਰ ਤੋਂ ਲਾਗੂ ਹੋਣਗੇ ਅਤੇ 31 ਦਸੰਬਰ ਸਾਲ 2023 ਤੱਕ ਇਹ ਲਾਗੂ ਰਹਿਣ ਵਾਲੇ ਨੇ। ਦੱਸ ਦਈਏ ਕਿ ਕੈਨੇਡਾ ਵਿੱਚ ਵਿਦਿਆਰਥੀ ਸਟੱਡੀ ਪਰਮਿਟ ਦੌਰਾਨ ਕਾਲਜ ਕੈਂਪਸ ਤੋਂ ਬਾਹਰ ਹਫ਼ਤੇ ਵਿੱਚ 20 ਘੰਟੇ ਕੰਮ ਕਰ ਸਕਦੇ ਹਨ, ਜਦਕਿ ਕਾਲਜ ਕੈਂਪਸ ਤੇ ਕੰਮ ਕਰਨ ਲਈ ਘੰਟਿਆਂ ਦੀ ਕੋਈ ਵੀ ਸੀਮਾ ਨਹੀਂ ਹੁੰਦੀ। ਇਸ ਬਾਰੇ ਜੋ ਹੋਰ ਡਿਟੇਲ ਸਾਹਮਣੇ ਆਈ ਹੈ, ਉਸ ਤੋਂ ਪਤਾ ਚੱਲਿਆ ਹੈ ਕਿ ਇਸ ਪਾਲਿਸੀ ਦਾ ਲਾਭ ਉਹ ਵਿਦਿਆਰਥੀ ਵੀ ਲੈ ਸਕਣਗੇ ਜਿਨ੍ਹਾਂ ਨੇ 7 ਅਕਤੂਬਰ ਤੱਕ ਸਟੱਡੀ ਪਰਮਿਟ ਦੀ ਅਰਜ਼ੀ ਦਿੱਤੀ ਹੋਵੇ, ਪਰ ਸ਼ਰਤ ਹੈ ਕਿ ਉਹਨਾਂ ਦਾ ਸਟੱਡੀ ਪਰਮਿਟ ਮਨਜ਼ੂਰ ਹੋ ਜਾਵੇ। ਇਮੀਗ੍ਰੇਸ਼ਨ ਮੰਤਰੀ ਦੇ ਇਸ ਐਲਾਨ ਦਾ ਸਵਾਗਤ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਅੰਤਰਰਾਸ਼ਟਰੀ ਵਿਦਿਆਰਥੀ ਇਸ ਫੈਸਲੇ ਤੋਂ ਖੁਸ਼ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਦੱਸ ਦਈਏ ਕਿ ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਸਟੱਡੀ ਪਰਮਿਟ ਦੀ ਐਕਸਟੈਂਸ਼ਨ ਨੂੰ ਵੀ ਆਟੋਮੈਟਿਕ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਸਟੱਡੀ ਪਰਮਿਟ ਦੀਆਂ ਅਰਜ਼ੀਆਂ ਪਹਿਲਾਂ ਵੀ ਮਨਜ਼ੂਰ ਹੋ ਚੁੱਕੀਆਂ ਹੁੰਦੀਆਂ ਹਨ ਤੇ ਇਸ ਦੀ ਐਕਸਟੈਂਸ਼ਨ ਮਿਲਣ ਦੀ ਦਰ ਵਧੇਰੀ ਹੁੰਦੀ ਹੈ। ਮੰਤਰਾਲੇ ਮੁਤਾਬਕ ਇਸ ਸੰਬੰਧੀ ਪਾਇਲਟ ਪ੍ਰੋਜੈਕਟ ਚਲਾਉਣ ਨਾਲ ਅਧਿਕਾਰੀ ਹੋਰ ਅਰਜ਼ੀਆਂ ਦੇ ਨਿਪਟਾਰੇ ਤੇ ਸਮਾਂ ਲਗਾ ਸਕਣਗੇ। ਦੱਸਣਯੋਗ ਹੈ ਕਿ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਮੁਤਾਬਕ ਭਾਰਤ ਤੋਂ ਸਟੱਡੀ ਵੀਜ਼ਾ ਬਿਨੇਕਾਰਾਂ ਵਾਸਤੇ ਕੈਨੇਡਾ ਸਭ ਤੋਂ ਵੱਡੀ ਤਰਜੀਹ ਬਣਿਆ ਹੋਇਆ ਹੈ। ਅੰਕੜਿਆਂ ਮੁਤਾਬਕ ਸਾਲ 2015 ਤੋਂ ਸਾਲ 2021 ਤੱਕ ਕੈਨੇਡਾ ਨੂੰ ਦੁਨੀਆ ਭਰ ਤੋਂ ਕੁੱਲ 23,74,030 ਸਟੱਡੀ ਵੀਜ਼ਾ ਅਰਜ਼ੀਆਂ ਮਿਲੀਆਂ, ਜਿਨ੍ਹਾਂ ਵਿੱਚ 1/3 ਤੋਂ ਵੱਧ ਸਿਰਫ ਭਾਰਤ ਤੋਂ ਨੇ। ਇਸ ਸਮੇਂ ਦੌਰਾਨ 8,93,849 ਭਾਰਤੀ ਨਾਗਰਿਕਾਂ ਨੇ ਕੈਨੇਡਾ ਦੇ ਸਟੱਡੀ ਵੀਜ਼ੇ ਵਾਸਤੇ ਅਪਲਾਈ ਕੀਤਾ।
ਸਾਲ 2015 ਤੋਂ ਸਾਲ 2021 ਦੌਰਾਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੁੱਲ 13,13,524 ਸਟੱਡੀ ਵੀਜ਼ੇ ਜਾਰੀ ਕੀਤੇ ਗਏ। That's why today I'm announcing that we're adding another important measure to help fight against Canada's widespread labour shortages, while also continuing to support international students. Beginning on November 15th until the end of 2023, we're lifting the limit of 20 hours per week that eligible students are allowed to work off campus while studying. This means that more than 500,000 international students who are already here in Canada are going to be eligible to work more if they choose to do so. This change is going to help sustain Canada's post-pandemic growth and provide a boost to thousands of employers looking to add to their staff for the upcoming holiday season, particularly in sectors that are facing the most severe labour shortages. It's also going to give many post-secondary students a greater opportunity to support themselves, to gain work experience in Canada, and in many instances actually in their field of study as well. I want to share some details as well about some changes we're making to study permit extensions. This year, by the end of August, just to get a sense of what the volumes are that we're dealing with, we've processed more than 452,000 study permit applications. During the same period in 2021, which is actually the all-time record before this year, we processed 367,000 applications in the same period. It's clear that we're speeding up this processing, but we know that we can do even better as more international students set their sights on Canada as a top destination. So today we're also announcing a new pilot program that's going to help automate the processing of applications to extend study permits. The approval rate for study permit extensions is consistently very high. We're talking 96% this year, 97% last year. So it's an ideal group to pilot a new idea that will automate study permit extension applications. ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਇਸ ਹਫ਼ਤੇ ਕਈ ਖਬਰਾਂ ਸਾਹਮਣੇ ਆਈਆਂ। ਇੱਕ ਖਬਰ ਸੀ ਪੀਆਰ ਦੇ ਨਾਲ ਜੁੜੀ ਹੋਈ। ਪੀਆਰ ਦੇ ਪ੍ਰੋਗਰਾਮ ਦੇ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਜਾ ਰਹੇ ਨੇ। ਹੁਣ ਕਿਹਾ ਜਾ ਰਿਹਾ ਹੈ ਕਿ ਇਮੀਗ੍ਰੇਸ਼ਨ ਦੇ ਵਿੱਚ ਸੁਧਾਰ ਲਿਆਉਣ ਸੰਬੰਧੀ ਉਹਨਾਂ ਵੱਲੋਂ ਇੱਕ ਕਦਮ ਚੁੱਕਿਆ ਜਾ ਰਿਹਾ ਹੈ। ਪੀਆਰ ਦੇ ਵਿੱਚ ਕਿਹੜੇ ਬਦਲਾਅ ਕੀਤੇ ਗਏ, ਕਿਹਨਾਂ ਨੂੰ ਫਾਇਦਾ ਹੋਵੇਗਾ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਪੀਆਰ ਸੰਬੰਧੀ ਕੈਨੇਡਾ ਵੱਲੋਂ ਕੁਝ ਬਦਲਾਅ ਕੀਤੇ ਜਾ ਰਹੇ ਨੇ, ਜਿਸ ਬਾਰੇ IRCC ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। IRCC ਦਾ ਕਹਿਣਾ ਹੈ ਕਿ ਫਿਜ਼ੀਸ਼ੀਅਨਸ ਵਾਸਤੇ ਪੀਆਰ ਦੇ ਵਿੱਚ ਜਿਹੜੇ ਰੋਕ ਹੈ ਉਸ ਨੂੰ ਹੁਣ ਹਟਾਇਆ ਜਾ ਰਿਹਾ ਹੈ। ਇਸ ਬਾਰੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਪੀਆਰ ਦੇ ਵਿੱਚ ਜੋ ਫਿਜ਼ੀਸ਼ੀਅਨਸ ਵਾਸਤੇ ਰੋਕਾਂ ਲਗਾਈਆਂ ਗਈਆਂ ਸਨ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ। ਦੱਸ ਦਈਏ ਕਿ ਕੈਨੇਡਾ ਦੇ ਵਿੱਚ ਇਸ ਸਮੇਂ ਹੈਲਥ ਕੇਅਰ ਵਰਕਰਸ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਦੇ ਵਿੱਚ ਇਸ ਨਾਲ ਜੁੜਿਆ ਹੋਇਆ ਜੌਬ ਵੈਕੈਂਸੀ ਰੇਟ 6% ਦਾ ਦੱਸਿਆ ਜਾ ਰਿਹਾ ਹੈ। IRCC ਵੱਲੋਂ ਇੱਕ ਅੰਕੜਾ ਵੀ ਪੇਸ਼ ਕੀਤਾ ਗਿਆ, ਜਿਸ ਤੋਂ ਪਤਾ ਚੱਲਿਆ ਕਿ ਹਰ 4 ਦੇ ਵਿੱਚੋਂ ਇੱਕ ਹੈਲਥ ਕੇਅਰ ਵਰਕਰ ਜੋ ਕੈਨੇਡਾ ਵਿੱਚ ਹੈ ਉਹ ਇਮੀਗ੍ਰੈਂਟ ਹੈ। ਇਸ ਵਿੱਚ 36% ਫਿਜ਼ੀਸ਼ੀਅਨਸ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਅੰਕੜੇ ਤੋਂ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 5 ਲੱਖ ਦੇ ਕਰੀਬ ਵਰਕਰਸ ਜਿਹੜੇ ਕਿ ਹੈਲਥ ਕੇਅਰ ਸੈਕਟਰ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਦੀ ਉਮਰ 55 ਸਾਲ ਜਾਂ ਫਿਰ ਇਸ ਤੋਂ ਵੱਧ ਹੈ। IRCC ਵੱਲੋਂ ਲਗਾਤਾਰ ਇਸ ਗੱਲ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਪੀਆਰ ਦੇ ਪ੍ਰੋਗਰਾਮ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਇਹ ਕਦਮ ਉਹਨਾਂ ਵੱਲੋਂ ਕਾਫੀ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਚੁੱਕਿਆ ਜਾ ਰਿਹਾ ਹੈ। ਇਸ ਹਫ਼ਤੇ ਟਰੂਡੋ ਵੱਲੋਂ ਦੱਸਿਆ ਗਿਆ ਕਿ ਉਹ ਕਿਹੜੀ ਗੱਲ ਤੋਂ ਨਿਰਾਸ਼ ਨੇ। ਹਾਕੀ ਕੈਨੇਡਾ ਦੇ ਰਿਸਪੌਂਸ ਨੂੰ ਲੈ ਕੇ ਉਹਨਾਂ ਵੱਲੋਂ ਟਿੱਪਣੀ ਕੀਤੀ ਗਈ। ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਹਾਕੀ ਕੈਨੇਡਾ ਦਾ ਜਿਹੜਾ ਰਿਸਪੌਂਸ ਸਾਹਮਣੇ ਆਇਆ ਉਸ ਤੋਂ ਨਿਰਾਸ਼ ਨੇ। ਇਸ ਤੋਂ ਇਲਾਵਾ ਕਈ ਸਪਾਂਸਰਸ ਵੱਲੋਂ ਵੀ ਪੈਰ ਪਿੱਛਾ ਕਰ ਲਏ ਗਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਰਿਸਪੌਂਸ ਨੇ ਪਰੇਸ਼ਾਨ ਕਰ ਦਿੱਤਾ। ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਇਹ ਰਿਸਪੌਂਸ ਦਿਮਾਗ ਨੂੰ ਪਰੇਸ਼ਾਨ ਕਰਨ ਵਾਲਾ ਹੈ। ਦਰਅਸਲ ਇਹ ਬਿਆਨ ਟਰੂਡੋ ਵੱਲੋਂ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਤੇ ਜੋ ਹਾਕੀ ਕੈਨੇਡਾ ਦਾ ਰਿਸਪੌਂਸ ਆਇਆ ਉਸ ਬਾਰੇ ਜਾਰੀ ਕੀਤਾ ਹੈ। ਜਿਹੜੇ ਇਲਜ਼ਾਮਾਂ ਤਹਿਤ ਹਾਕੀ ਕੈਨੇਡਾ ਨੂੰ ਘੇਰਿਆ ਗਿਆ, ਉਸ ਸੰਬੰਧੀ ਹਾਕੀ ਕੈਨੇਡਾ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ MPs ਨੇ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ ਕਿ ਹਾਕੀ ਕੈਨੇਡਾ ਦਾ ਰਿਸਪੌਂਸ ਦਿਮਾਗ ਨੂੰ ਪਰੇਸ਼ਾਨ ਕਰਨ ਵਾਲਾ ਹੈ ਤੇ ਫੈਡਰਲ ਸਪੋਰਟਸ ਮਿਨਿਸਟਰ ਵੱਲੋਂ ਵੀ ਕਿਹਾ ਗਿਆ ਕਿ ਹੁਣ ਸੰਗਠਨ ਨੂੰ ਸਾਫ਼ ਕਰਨ ਦਾ ਸਮਾਂ ਆ ਗਿਆ। ਦਰਅਸਲ ਹਾਊਸ ਆਫ ਕਾਮਨਸ ਦੀ ਹੈਰੀਟੇਜ ਕਮੇਟੀ ਦੇ ਸਾਹਮਣੇ ਹੋਈ ਇੱਕ ਹਾਈ ਪ੍ਰੋਫਾਈਲ ਪੇਸ਼ੀ ਦੌਰਾਨ ਹਾਕੀ ਕੈਨੇਡਾ ਦੀ ਇੰਟਰਿਮ ਬੋਰਡ ਚੇਅਰ ਵੱਲੋਂ ਸੰਗਠਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਦੀ ਸ਼ਾਨਦਾਰ ਸ਼ਾਖ ਹੈ। ਨਾਲ ਹੀ ਉਹਨਾਂ ਨੇ ਜ਼ਹਿਰੀਲੇ ਸੱਭਿਆਚਾਰ ਅਤੇ ਕੇਂਦਰ ਵਜੋਂ ਹਾਕੀ ਨੂੰ ਬਲੀ ਦਾ ਬੱਕਰਾ ਬਣਾਉਣ ਦੇ ਵਿਰੁੱਧ ਵੀ ਦਲੀਲ ਦਿੱਤੀ। ਉਹਨਾਂ ਕਿਹਾ ਕਿ ਹਾਕੀ ਕੈਨੇਡਾ ਫੈਡਰਲ ਸਪੋਰਟਸ ਮਿਨਿਸਟਰ ਦੀ ਬੇਨਤੀ ਨੂੰ ਨਕਾਰਦਿਆਂ ਕੋਈ ਵੀ ਪ੍ਰਬੰਧਕੀ ਬਦਲਾਵ ਨਹੀਂ ਕਰੇਗਾ। ਮਿਨਿਸਟਰ ਵੱਲੋਂ ਸੋਮਵਾਰ ਨੂੰ ਕਿਹਾ ਗਿਆ ਸੀ ਕਿ ਜਿਨਸੀ ਸ਼ੋਸ਼ਣ ਪੀੜਤਾਂ ਨੂੰ ਗੁਪਤ ਭੁਗਤਾਨ ਕਰਨ ਵਾਲੇ ਅਦਾਰੇ ਵਿੱਚ ਜਨਤਾ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਇਸ ਦੀ ਗਵਰਨਿੰਗ ਬਾਡੀ ਤੋਂ ਸਮੂਹਿਕ ਅਸਤੀਫਿਆਂ ਦੀ ਲੋੜ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਮੈਨੂੰ ਲੱਗਦਾ ਹੈ ਕਿ ਹਾਕੀ ਖੇਡਣ ਵਾਲੇ ਸਾਡੇ ਮੁੰਡੇ
ਅਤੇ ਕੁੜੀਆਂ ਤੇ ਨਕਾਰਾਤਮਕ ਪ੍ਰਭਾਵ ਪਵੇਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਹਾਕੀ ਕੈਨੇਡਾ ਦੇ ਇਸ ਜਵਾਬ ਤੋਂ ਕਾਫੀ ਨਾਖੁਸ਼ ਨਜ਼ਰ ਆਏ ਨੇ। ਦੱਸੀਏ ਕਿ ਹਾਕੀ ਕਿਊਬੈਕ ਵੱਲੋਂ ਹਾਕੀ ਕੈਨੇਡਾ ਦੇ ਨਾਲ ਆਪਣਾ ਨਾਤਾ ਤੋੜ ਦਿੱਤਾ ਗਿਆ ਹੈ। ਹਾਕੀ ਕਿਊਬੈਕ ਨੇ ਮੰਗਲਵਾਰ ਰਾਤ ਨੂੰ ਖੇਡ ਸੰਸਥਾ ਦੇ ਖਿਲਾਫ ਉਭਰੇ ਨਵੇਂ ਦੋਸ਼ਾਂ ਦੇ ਮੱਦੇਨਜ਼ਰ ਹਾਕੀ ਕੈਨੇਡਾ ਨਾਲ ਸੰਬੰਧਾਂ ਨੂੰ ਤੋੜਨ ਵਾਸਤੇ ਵੋਟ ਪਾਈ। ਦੱਸ ਦਈਏ ਕਿ ਮੰਗਲਵਾਰ ਨੂੰ ਹੈਰੀਟੇਜ ਕਮੇਟੀ ਅੱਗੇ ਸਕਿਨਰ ਦੇ ਰਿਸਪਾਂਸ ਨੇ ਐਮਪੀਜ਼ ਵਿੱਚ ਨਿਰਾਸ਼ਾ ਪੈਦਾ ਕੀਤੀ ਅਤੇ ਆਪਣੀ ਪਾਰਟੀ ਮਤਭੇਦਾਂ ਦੇ ਬਾਵਜੂਦ ਐਮਪੀਜ਼ ਨੇ ਮੀਟਿੰਗ ਦੌਰਾਨ ਹਾਕੀ ਕੈਨੇਡਾ ਦੀ ਵਿਆਪਕ ਤੌਰ ਤੇ ਆਲੋਚਨਾ ਕੀਤੀ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇੱਕ ਹੋਰ ਵੱਡੀ ਖਬਰ ਇਸ ਹਫ਼ਤੇ ਸਾਹਮਣੇ ਆਈ, ਜੋ ਕਿ ਸੀ ਕਿ ਹੁਣ ਜਲਦ ਹੀ ਇਮੀਗ੍ਰੇਸ਼ਨ ਲੈਵਲਸ ਪਲਾਨ ਦਾ ਐਲਾਨ ਕੀਤਾ ਜਾਵੇਗਾ, ਜਿਸ ਵਿੱਚ ਦੱਸਿਆ ਜਾਵੇਗਾ ਕਿ ਸਾਲਾਨਾ ਕਿੰਨੇ ਪੀਆਰ ਦਾ ਕੈਨੇਡਾ ਵੱਲੋਂ ਸਵਾਗਤ ਕੀਤਾ ਜਾਵੇਗਾ। ਅੰਕੜਿਆਂ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਤੱਕ 3 ਲੱਖ ਦੇ ਕਰੀਬ ਜਿਹੜੇ ਪੀਆਰ ਨੇ ਉਹਨਾਂ ਦਾ ਕੈਨੇਡਾ ਦੇ ਵਿੱਚ ਸਵਾਗਤ ਕੀਤਾ ਜਾ ਚੁੱਕਿਆ ਹੈ। ਕੈਨੇਡਾ ਵੱਲੋਂ ਜਲਦ ਹੀ ਇਮੀਗ੍ਰੇਸ਼ਨ ਲੈਵਲਸ ਪਲਾਨ ਦਾ ਐਲਾਨ ਕੀਤਾ ਜਾਵੇਗਾ। ਜੀ ਹਾਂ, ਕੈਨੇਡਾ ਆਪਣਾ ਨਵਾਂ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਲ 2023 ਤੋਂ ਸਾਲ 2025 ਜਾਰੀ ਕਰਨ ਜਾ ਰਿਹਾ ਹੈ। ਇਸ ਵਿੱਚ ਦੱਸਿਆ ਜਾਵੇਗਾ ਕਿ IRCC ਵੱਲੋਂ ਹੁਣ ਕਿੰਨੇ ਪੀਆਰ ਦਾ ਸਵਾਗਤ ਕੀਤਾ ਜਾਵੇਗਾ। ਇਸ ਤਾਜ਼ਾ ਜਾਣਕਾਰੀ ਦੇ ਵਿੱਚ ਇਕਨੋਮਿਕ ਕਲਾਸ, ਫੈਮਿਲੀ ਕਲਾਸ, ਹਿਊਮੈਨਿਟੇਰੀਅਨ ਕਲਾਸ ਪ੍ਰੋਗਰਾਮ ਸੰਬੰਧੀ ਜਿਹੜੇ ਇਮੀਗ੍ਰੈਂਟਸ ਅਗਲੇ 3 ਸਾਲਾਂ ਲਈ ਆਉਣ ਵਾਲੇ ਨੇ ਉਸ ਬਾਰੇ ਸਾਰੀ ਡਿਟੇਲ ਸਾਂਝੀ ਕੀਤੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ 1 ਨਵੰਬਰ ਨੂੰ ਇਸ ਬਾਰੇ ਐਲਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਹਿਲਾ ਇਮੀਗ੍ਰੇਸ਼ਨ ਪਲਾਨ ਫਰਵਰੀ ਮਹੀਨੇ ਦੌਰਾਨ ਦੱਸਿਆ ਗਿਆ ਸੀ ਤੇ ਹੁਣ ਸਰਕਾਰ ਦੂਸਰੇ ਇਮੀਗ੍ਰੇਸ਼ਨ ਲੈਵਲਸ ਪਲਾਨ ਬਾਰੇ ਦੱਸਣ ਜਾ ਰਹੀ ਹੈ। ਇਮੀਗ੍ਰੇਸ਼ਨ ਸੰਬੰਧੀ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਤੋਂ ਬਾਅਦ ਪਤਾ ਚੱਲਿਆ ਹੈ ਕਿ ਇਸ ਸਾਲ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ 2 ਐਲਾਨ ਹੋ ਰਹੇ ਨੇ। ਸਰਕਾਰ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ। ਸਰਕਾਰ ਦਾ ਜ਼ੋਰ ਹੈ ਕਿ ਜਲਦ ਹੀ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਤੇ ਇਮੀਗ੍ਰੇਸ਼ਨ ਦੇ ਵਿੱਚ ਕਈ ਵੱਡੇ ਬਦਲਾਵ ਕਰਨ ਦਾ ਸਮੇਂ-ਸਮੇਂ ਤੇ ਉਹਨਾਂ ਵੱਲੋਂ ਜ਼ਿਕਰ ਕੀਤਾ ਜਾਂਦਾ ਹੈ। ਦੱਸ ਦਈਏ ਕਿ ਜੋ ਮੌਜੂਦਾ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਲ 2022 ਤੋਂ ਸਾਲ 2024 ਤੱਕ ਦਾ ਹੈ, ਉਸ ਦੇ ਵਿੱਚ ਟੀਚਾ ਤੈਅ ਕੀਤਾ ਗਿਆ ਕਿ 4 ਲੱਖ ਤੋਂ ਵੱਧ ਦਾ ਸਾਲਾਨਾ ਸਵਾਗਤ ਕੀਤਾ ਜਾਵੇਗਾ। ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਇਸ ਵਾਰ ਵਾਧਾ ਦੇਖਣ ਨੂੰ ਮਿਲਿਆ। ਹੁਣ ਤੱਕ IRCC ਦੇ ਅੰਕੜੇ ਦੱਸਦੇ ਨੇ ਕਿ 3 ਲੱਖ ਤੋਂ ਵੱਧ ਨਵੇਂ ਪੀਆਰ ਦਾ ਕੈਨੇਡਾ ਦੇ ਵਿੱਚ ਸਵਾਗਤ ਕੀਤਾ ਜਾ ਚੁੱਕਿਆ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਇਕਨੋਮਿਕ ਕਲਾਸ ਪ੍ਰੋਗਰਾਮ ਦੇ ਨਾਲ ਸੰਬੰਧ ਰੱਖਦੇ ਹਨ। ਸਾਲ 2022 ਵਾਸਤੇ ਇਕਨੋਮਿਕ ਕਲਾਸ ਇਮੀਗ੍ਰੈਂਟਸ ਦਾ ਟਾਰਗੇਟ 2,41,850 ਦਾ ਰੱਖਿਆ ਗਿਆ, ਜਿਸ ਦਾ ਮਤਲਬ ਹੈ ਕਿ ਕੁੱਲ ਇਮੀਗ੍ਰੈਂਟਸ ਵਾਸਤੇ ਇਹ 60% ਦਾ ਅੰਕੜਾ ਹੈ। ਸਾਲ 2022 ਦੇ ਪਲਾਨ ਦੇ ਵਿੱਚ 1,05,000 ਫੈਮਿਲੀ ਕਲਾਸ ਇਮੀਗ੍ਰੈਂਟਸ, 8,250 ਰਿਫਿਊਜੀ ਤੇ ਹਿਊਮੈਨਿਟੇਰੀਅਨ ਕਲਾਸ ਨੂੰ ਸ਼ਾਮਿਲ ਕੀਤਾ ਗਿਆ ਹੈ। ਹੁਣ ਸਰਕਾਰ ਵੱਲੋਂ ਜੋ ਤਾਜ਼ਾ ਐਲਾਨ ਕੀਤਾ ਜਾਵੇਗਾ ਉਸ ਤੋਂ ਪਤਾ ਲੱਗੇਗਾ ਕਿ ਆਉਣ ਵਾਲੇ ਸਮੇਂ ਦੌਰਾਨ ਕੈਨੇਡਾ ਦੇ ਵਿੱਚ ਕਿੰਨੇ ਪੀਆਰ ਦਾ ਸਵਾਗਤ ਕੀਤਾ ਜਾਵੇਗਾ। ਇਸ ਹਫ਼ਤੇ UN ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ। ਇਹ ਚੇਤਾਵਨੀ ਇੱਕ ਜਾਂ ਫਿਰ 2 ਦੇਸ਼ ਲਈ ਨਹੀਂ ਬਲਕਿ ਕਈ ਦੇਸ਼ਾਂ ਵਾਸਤੇ ਉਹਨਾਂ ਵੱਲੋਂ ਜਾਰੀ ਕੀਤੀ ਗਈ, ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਕਿ ਕਈ ਦੇਸ਼ ਪਰੇਸ਼ਾਨ ਨੇ। UN ਚੀਫ ਵੱਲੋਂ ਇੱਕ ਵੱਡਾ ਬਿਆਨ ਜਾਰੀ ਕੀਤਾ ਗਿਆ, ਜਿੱਥੇ ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਵਿਸ਼ਵ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਜੱਦੋ-ਜਹਿਦ ਚੱਲ ਰਹੀ ਹੈ। ਕਲਾਈਮੇਟ ਨੂੰ ਧਿਆਨ ਵਿੱਚ ਰੱਖਦਿਆਂ UN ਚੀਫ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ। ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ 20 ਵੈਲਥੀਐਸਟ ਕੰਟਰੀ ਅਜਿਹੀਆਂ ਹਨ ਜਿੱਥੇ ਕਾਫੀ ਜ਼ਿਆਦਾ ਲੋਕਾਂ ਨੂੰ ਮੁਸ਼ਕਿਲ ਹੋ ਰਹੀ ਹੈ। UN ਚੀਫ ਵੱਲੋਂ ਗਲੋਬਲ ਵਾਰਮਿੰਗ ਦਾ ਵੀ ਜ਼ਿਕਰ ਕੀਤਾ ਗਿਆ। ਉਹਨਾਂ ਵੱਲੋਂ ਕਿਸ ਸੰਬੰਧ ਦੇ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। Government representatives are meeting in Kinshasa for the critical pre-COP that will set the stage. And the work ahead is immense. As immense as the climate impacts we are seeing around the world. A third of Pakistan flooded. Europe's hottest summer in 500 years. The Philippines hammered. The whole of Cuba in blackout. And here in the United States, Hurricane Ian has delivered a brutal reminder that no country and no economy is immune from the climate crisis. While climate chaos gallops ahead, climate action has stalled. COP27 is critical, but we have a long way to go. Let's be clear,
the collective commitments of G20 governments are coming far too little and far too late. The actions of the wealthiest developed and emerging economies simply don't add up. Taken together, current pledges and policies are shutting the door on our chance to limit global temperature rise to 2 degrees Celsius, let alone meet the 1.5 degree goal. We are in a life or death struggle for our own safety today and our survival tomorrow. And there is no time for pointing fingers or twiddling thumbs. It is time for a game-changing, quantum-level compromise between developed and emerging economies. The world cannot wait. Emissions are at an all-time high and rising. And meanwhile, the war in Ukraine is putting climate action on the back burner while our planet itself is burning. ਕੈਨੇਡਾ ਵੱਲੋਂ ਇਸ ਹਫਤੇ ਈਰਾਨ ਖਿਲਾਫ ਸਖਤੀ ਦਾ ਐਲਾਨ ਕੀਤਾ ਗਿਆ। ਕਈਆਂ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਹਫਤੇ ਇਸ ਬਾਰੇ ਲਗਾਤਾਰ ਅਪਡੇਟ ਜਾਰੀ ਕਰਦੇ ਹੋਏ ਦਿਖਾਈ ਦਿੱਤੇ। ਕੈਨੇਡਾ ਸਰਕਾਰ ਵੱਲੋਂ ਈਰਾਨ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ, ਜਿੱਥੇ 34 ਈਰਾਨੀ ਅਧਿਕਾਰੀ ਅਤੇ ਅਦਾਰਿਆਂ ਦੇ ਉੱਪਰ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਗਿਆ। ਨੈਤਿਕਤਾ ਪੁਲਿਸ ਅਤੇ ਈਰਾਨ ਰੈਵੋਲੂਸ਼ਨਰੀ ਗਾਰਡ ਕਾਰਪਸ ਦੇ ਉੱਪਰ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਜੀ ਹਾਂ, ਫੈਡਰਲ ਸਰਕਾਰ ਵੱਲੋਂ ਈਰਾਨ ਖਿਲਾਫ ਸਖਤ ਕਦਮ ਚੁੱਕਿਆ ਗਿਆ। ਕੈਨੇਡਾ ਸਰਕਾਰ ਵੱਲੋਂ 34 ਈਰਾਨੀ ਅਧਿਕਾਰੀਆਂ ਅਤੇ ਅਦਾਰਿਆਂ ਦੇ ਉੱਪਰ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿੱਚ ਨੈਤਿਕਤਾ ਪੁਲਿਸ ਨੂੰ ਵੀ ਸ਼ਾਮਲ ਕੀਤਾ ਗਿਆ। ਜੋ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਉਸ ਤੋਂ ਪਤਾ ਚੱਲਿਆ ਕਿ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਈਰਾਨ ਸਰਕਾਰ ਖਿਲਾਫ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਗਿਆ ਸੀ। ਵਿਦੇਸ਼ ਮੰਤਰੀ ਜੋਲੀ ਵੱਲੋਂ ਰਸਮੀ ਤੌਰ ਤੇ ਉੱਪਰ ਇਨ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ, ਜਿਸ ਵਿੱਚ 25 ਵਿਅਕਤੀ ਅਤੇ 9 ਅਦਾਰੇ ਸ਼ਾਮਲ ਨੇ। ਈਰਾਨ ਵਿੱਚ 22 ਸਾਲ ਦੀ ਇੱਕ ਲੜਕੀ ਅਮੀਨੀ ਦੀ ਮੌਤ ਤੋਂ ਬਾਅਦ ਦੇਸ਼ ਭਰ ਦੇ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ। ਅਮੀਨੀ ਨੂੰ ਸਹੀ ਢੰਗ ਦੇ ਨਾਲ ਹਿਜਾਬ ਨਾ ਪਾਉਣ ਕਾਰਨ ਨੈਤਿਕਤਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਹਿਰਾਸਤ ਦੇ ਵਿੱਚ ਉਸ ਦੀ ਮੌਤ ਹੋ ਗਈ। ਸਰਕਾਰ ਦੀ ਜੋ ਰਿਲੀਜ਼ ਸਾਹਮਣੇ ਆਈ ਹੈ, ਉਸ ਮੁਤਾਬਕ ਇਹ ਪਾਬੰਦੀਆਂ ਈਰਾਨ ਦੇ ਵਿੱਚ ਜੋ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਹੈ, ਉਸ ਦੇ ਜਵਾਬ ਵਿੱਚ ਹੈ, ਜਿਸ ਵਿੱਚ ਔਰਤਾਂ ਦੇ ਉੱਪਰ ਜ਼ੁਲਮ ਅਤੇ ਖਾਸ ਤੌਰ ਤੇ ਈਰਾਨ ਦੀ ਅਖੌਤੀ ਨੈਤਿਕਤਾ ਪੁਲਿਸ ਦੁਆਰਾ ਕੀਤੀਆਂ ਗਈਆਂ ਕਾਰਵਾਈਆਂ ਸ਼ਾਮਿਲ ਨੇ, ਜਿਸ ਕਾਰਨ ਅਮੀਨੀ ਦੀ ਪੁਲਿਸ ਹਿਰਾਸਤ ਦੇ ਵਿੱਚ ਮੌਤ ਹੋ ਗਈ। ਪਾਬੰਦੀਆਂ ਦੀ ਲਿਸਟ ਵਿੱਚ ਕਈਆਂ ਦੇ ਨਾਮ ਸ਼ਾਮਿਲ ਕੀਤੇ ਗਏ। ਸਰਕਾਰ ਦਾ ਕਹਿਣਾ ਹੈ ਕਿ ਪਾਬੰਦੀਆਂ ਲਗਾਏ ਗਏ ਅਧਿਕਾਰੀ ਅਤੇ ਅਦਾਰੇ ਸਿੱਧੇ ਤੌਰ ਦੇ ਉੱਪਰ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਦੇ ਨੇ। ਕੈਨੇਡਾ ਵੱਲੋਂ ਹੁਣ ਇਹ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ, ਇਸ ਦਾ ਮਤਲਬ ਹੈ ਕਿ ਜਿਨ੍ਹਾਂ ਦੇ ਉੱਪਰ ਪਾਬੰਦੀਆਂ ਲਗਾਈਆਂ ਗਈਆਂ ਉਹ ਅਦਾਰੇ ਅਤੇ ਵਿਅਕਤੀ ਕੈਨੇਡਾ ਵਿੱਚ ਮੌਜੂਦ ਕੋਈ ਵੀ ਜੇਕਰ ਸੰਪਤੀ ਰੱਖਦੇ ਨੇ ਤਾਂ ਉਹ ਫਰੀਜ਼ ਹੋ ਜਾਵੇਗੀ। ਕਿਸੇ ਵੀ ਤਰ੍ਹਾਂ ਦੇ ਲੈਣ ਦੇਣ ਦੇ ਉੱਪਰ ਪਾਬੰਦੀ ਲੱਗ ਗਈ ਹੈ। ਇਸ ਤੋਂ ਇਲਾਵਾ ਦੱਸੀਏ ਕਿ ਕੈਨੇਡਾ ਦੇ ਕਈ ਸ਼ਹਿਰਾਂ ਦੇ ਵਿੱਚ ਵੀ ਈਰਾਨ ਦੇ ਵਿੱਚ ਜੋ ਪ੍ਰਦਰਸ਼ਨ ਚੱਲ ਰਿਹਾ, ਪ੍ਰਦਰਸ਼ਨਕਾਰੀਆਂ ਨੂੰ ਸਪੋਰਟ ਕਰਦਿਆਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਇਸ ਹਫਤੇ ਹਾਕੀ ਕੈਨੇਡਾ ਨੂੰ ਵੱਡਾ ਝਟਕਾ ਲੱਗਾ। ਕਈ ਸਪਾਂਸਰਸ ਵੱਲੋਂ ਆਪਣੇ ਪੈਰ ਪਿਛਾਂਹ ਕਰ ਲਏ ਗਏ। ਜੀ ਹਾਂ, ਹਾਕੀ ਕੈਨੇਡਾ ਵੱਲੋਂ ਜੋ ਰਿਸਪੌਂਸ ਜਾਰੀ ਕੀਤਾ ਗਿਆ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਿਰਾਸ਼ ਨਜ਼ਰ ਆਏ ਤੇ ਨਾਲ ਹੀ ਸਪਾਂਸਰਸ ਵੱਲੋਂ ਵੀ ਆਪਣੇ ਜੋ ਸਪਾਂਸਰਸ਼ਿਪ ਸੀ ਉਸ ਨੂੰ ਵਾਪਸ ਲਿਆ ਗਿਆ। ਹਾਕੀ ਕੈਨੇਡਾ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਹੁਣ ਟੈਲਿਸ ਵੱਲੋਂ ਹਾਕੀ ਕੈਨੇਡਾ ਦੇ ਪੁਰਸ਼ਾਂ ਦੀ ਪ੍ਰੋਗਰਾਮਿੰਗ ਦੀ ਸਪਾਂਸਰਸ਼ਿਪ ਵਾਪਸ ਲੈ ਲਈ ਗਈ ਹੈ। ਜੀ ਹਾਂ, ਕੈਨੇਡਾ ਦੀ ਵੱਡੀ ਟੈਲੀਕਾਮ ਕੰਪਨੀ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਆਉਣ ਵਾਲੀ ਹਾਕੀ ਸੀਜ਼ਨ ਦੌਰਾਨ ਹਾਕੀ ਕੈਨੇਡਾ ਦੇ ਪੁਰਸ਼ਾਂ ਦੇ ਪ੍ਰੋਗਰਾਮ ਨੂੰ ਫੰਡਿੰਗ ਨਹੀਂ ਦੇਵੇਗੀ। ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਦੇ ਨਾਲ ਠੀਕ ਤਰੀਕੇ ਨਾਲ ਨਾ ਨਜਿੱਠਣ ਨੂੰ ਲੈ ਕੇ ਟੈਲਿਸ ਨੇ ਸਪਾਂਸਰਸ਼ਿਪ ਵਾਪਸ ਲਈ ਹੈ। ਇਸ ਬਾਰੇ ਉਹਨਾਂ ਵੱਲੋਂ ਬਿਆਨ ਜਾਰੀ ਕੀਤਾ ਗਿਆ, ਜਿਹਦੇ ਕੰਪਨੀ ਦਾ ਕਹਿਣਾ ਹੈ ਕਿ ਅਸੀਂ ਜ਼ਰੂਰੀ ਬਦਲਾਵ ਲਿਆਉਣ ਪ੍ਰਤੀ ਹਾਕੀ ਕੈਨੇਡਾ ਵੱਲੋਂ ਕਾਰਵਾਈ ਅਤੇ ਵਚਨਬੱਧਤਾ ਦੀ ਘਾਟ ਤੋਂ ਬਹੁਤ ਨਿਰਾਸ਼ ਹਾਂ। ਟੈਲਿਸ ਸਾਲ 2022 ਤੋਂ ਸਾਲ 2023 ਦੇ ਸੀਜ਼ਨ ਵਾਸਤੇ ਹਾਕੀ ਕੈਨੇਡਾ ਦੇ ਪੁਰਸ਼ ਹਾਕੀ ਪ੍ਰੋਗਰਾਮਾਂ ਵਾਸਤੇ ਸਪਾਂਸਰ ਨਹੀਂ ਕਰੇਗਾ, ਜਿਸ ਵਿੱਚ ਆਉਣ ਵਾਲਾ ਵਿਸ਼ਵ ਜੂਨੀਅਰ ਟੂਰਨਾਮੈਂਟ ਵੀ ਸ਼ਾਮਿਲ ਹੈ। ਉਹਨਾਂ ਕਿਹਾ ਕਿ ਅਸੀਂ ਹਾਕੀ ਦੇ ਪੱਕੇ ਪ੍ਰਸ਼ੰਸਕ ਅਤੇ ਸਮਰਥਕ ਹਾਂ ਤੇ ਹਾਕੀ ਨੂੰ ਸਾਰਿਆਂ ਵਾਸਤੇ ਸੁਰੱਖਿਅਤ ਬਣਾਉਣ ਵਾਸਤੇ ਤਬਦੀਲੀ ਨੂੰ ਸਮਰੱਥ ਬਣਾਉਣ ਵਾਸਤੇ ਵਚਨਬੱਧ ਹਾਂ। ਦੱਸੀਏ ਕਿ ਟੈਲਿਸ ਨੂੰ ਹਾਕੀ ਕੈਨੇਡਾ ਦਾ ਪ੍ਰਮੁੱਖ ਸਪਾਂਸਰ ਮੰਨਿਆ ਜਾਂਦਾ ਹੈ। ਕੰਪਨੀ ਨੇ ਸਾਲ 2004 ਤੋਂ ਹਾਕੀ ਕੈਨੇਡਾ ਨੂੰ ਸਪਾਂਸਰ ਕੀਤਾ ਅਤੇ ਸਾਲ 2017 ਵਿੱਚ ਉਹ ਪਾਰਟਨਰਸ਼ਿਪ ਨੂੰ ਸਾਲ 2022 ਤੱਕ ਰੀਨਿਊ ਕੀਤਾ ਗਿਆ ਸੀ।
ਟਿਮ ਹਾਰਟਨਸ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਸਾਲ 2022 ਤੋਂ ਸਾਲ 2023 ਦੇ ਸੀਜ਼ਨ ਵਾਸਤੇ ਹਾਕੀ ਕੈਨੇਡਾ ਦੇ ਸਾਰੇ ਪੁਰਸ਼ ਹਾਕੀ ਪ੍ਰੋਗਰਾਮਾਂ ਦੀ ਸਪਾਂਸਰਸ਼ਿਪ ਨੂੰ ਵਾਪਸ ਲੈਣਗੇ, ਜਿਸ ਵਿੱਚ ਪੁਰਸ਼ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਹਾਊਸ ਆਫ ਕਾਮਨਸ ਦੀ ਹੈਰੀਟੇਜ ਕਮੇਟੀ ਦੇ ਸਾਹਮਣੇ ਹੋਈ ਇੱਕ ਹਾਈ ਪ੍ਰੋਫਾਈਲ ਪੇਸ਼ੀ ਦੌਰਾਨ ਹਾਕੀ ਕੈਨੇਡਾ ਦੀ ਇੰਟਰਿਮ ਬੋਰਡ ਚੇਅਰ ਨੇ ਸੰਗਠਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਦੀ ਸ਼ਾਨਦਾਰ ਸ਼ਾਖ ਹੈ ਤੇ ਨਾਲ ਹੀ ਉਹਨਾਂ ਨੇ ਜ਼ਹਿਰੀਲੇ ਸੱਭਿਆਚਾਰ ਦੇ ਕੇਂਦਰ ਵਜੋਂ ਹਾਕੀ ਨੂੰ ਬਲੀ ਦਾ ਬੱਕਰਾ ਬਣਾਉਣ ਵਿਰੁੱਧ ਵੀ ਦਲੀਲ ਦਿੱਤੀ ਸੀ। ਪਿਛਲੇ ਦਿਨੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਇਸ ਮੁੱਦੇ ਦੇ ਉੱਪਰ ਬੋਲੇ ਤੇ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਉਹ ਜੋ ਰਿਸਪੌਂਸ ਹੈ ਉਸ ਦੇ ਨਾਲ ਬਹੁਤੇ ਖੁਸ਼ ਨਹੀਂ। ਪ੍ਰਧਾਨ ਮੰਤਰੀ ਵੀ ਨਾਖੁਸ਼ ਦਿਖਾਈ ਦਿੱਤੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਅਕਤੂਬਰ ਮਹੀਨੇ ਹੋਣਗੇ ਇਮੀਗ੍ਰੇਸ਼ਨ ਦੇ ਵੱਡੇ ਐਲਾਨ, ਪੀਜੀਪੀ ਪ੍ਰੋਗਰਾਮ ਦੀ ਮਿਲੇਗੀ ਸਾਰੀ ਜਾਣਕਾਰੀ। ਨਵਾਂ ਇਮੀਗ੍ਰੇਸ਼ਨ ਲੈਵਲਸ ਪਲਾਨ ਐਲਾਨਣ ਦੀ ਤਿਆਰੀ, IRCC ਵੱਲੋਂ ਜਲਦ ਕੀਤਾ ਜਾਵੇਗਾ ਵੱਡਾ ਐਲਾਨ। ਘਰਾਂ ਦੀ ਸੇਲ ਹੋਈ ਘੱਟ, 46% ਦੀ ਕਮੀ ਕੀਤੀ ਗਈ ਦਰਜ। ਕੈਨੇਡਾ ਨੇ ਕੀਤੀ ਈਰਾਨ ਖਿਲਾਫ ਸਖਤੀ, ਸਰਕਾਰ ਨੇ ਕੀਤਾ ਇਸ ਦਾ ਐਲਾਨ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ, ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।